ਦੇ ਪਿੱਛੇ ਲੱਗ ਕੇ ਆਪਣਾ ਇਹ ਦੁਰਲਭ ਅਮੋਲਕ ਮਨੁੱਖਾ ਜਨਮ ਐਵੇਂ ਹੋਰ ਬਰਬਾਦ ਨਾ ਕਰੋ ਜੀ। ਗੁਰਬਾਣੀ ਪੜ੍ਹੋ, ਸੁਣੋ, ਗਾਓ, ਕਮਾਓ ਤੇ ਜੀਵਨ ਸਫਲਾ ਕਰੋ। ਇਹੀ ਮਨੁੱਖਾ ਜੀਵਨ ਦਾ ਲਾਹਾ ਹੈ ਜੀ। ਜਿਹੜੇ ਵੀਰ ਭੈਣ ਖੰਡੇ ਬਾਟੇ ਦੀ ਪੌਲ ਛਕਣੀ ਚਾਹੁੰਦੇ ਹੋਣ, ਬਹੁਤ ਸਾਰੀਆਂ ਜਥੇਬੰਦੀਆਂ ਇਸ ਪਰ ਉਪਕਾਰੀ ਕਾਰਜ ਵਿੱਚ ਲੱਗੀਆਂ ਹੋਈਆਂ ਨੇ। ਛਕੋ ਜ਼ਰੂਰ, ਭਾਵੇਂ ਕਿਤਿਓਂ ਵੀ ਛਕੋ, ਪਰ ਦੁਨੀਆ ਤੋਂ ਕਿਤੇ ਨਗੁਰੇ ਨਾ ਚਲੇ ਜਾਇਓ। ਗੁਰੂ ਸਾਹਿਬ ਦੀ ਮਿਹਰ ਨਾਲ ਨਿਸ਼ਕਾਮ ਕੀਰਤਨੀ ਜਥੇ ਵੱਲੋਂ ਵੀ ਹਰ ਐਤਵਾਰ ਨੂੰ ਜੀਵਨ ਨਾਲ ਬੱਬਰੀ ਗੁਰਦੁਆਰਾ ਸਾਹਿਬ ਵਿੱਚ 10:30 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਜੀ। ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਜੀ, ਜਥੇ ਵੱਲੋਂ ਇੱਕ ਨਵੀਂ ਪੋਥੀ ਛਪੀ ਹੈ, ਜੀਵਨ ਮੁਕਤ। ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ। ਇਸ ਪੋਥੀ ਦੇ ਪਹਿਲੇ ਭਾਗ ਵਿੱਚ ਘੁੰਮਣਾ ਵਾਲੇ ਮਹਾਂਪੁਰਖਾਂ ਦੀਆਂ ਜੀਵਨ ਸਾਖੀਆਂ ਨੇ, ਅਤੇ ਇਸੇ ਪੋਥੀ ਦਾ ਦੂਜਾ ਭਾਗ ਉਹ ਨਿਸ਼ਕਾਮ ਕੀਰਤਨੀ ਜਥੇ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ। ਜਿਨ੍ਹਾਂ ਵੀਰ ਭੈਣਾਂ ਨੇ ਇਹ ਪੋਥੀ ਲੈਣੀ ਹੋਵੇ, ਜਿਹੜੇ ਵੀਰ ਨਸ਼ੇ ਦੀਆਂ ਦਵਾਈਆਂ ਦੇ ਰਹੇ ਨੇ, ਉਹਨਾਂ ਕੋਲ ਲੈ ਸਕਦੇ ਹੋ। ਇੱਕ ਜ਼ਰੂਰੀ ਬੇਨਤੀ ਉਹਨਾਂ ਵੀਰ ਭੈਣਾਂ ਅੱਗੇ ਜਿਹੜੇ ਕੀਰਤਨ ਦਰਬਾਰ ਕਰਵਾਉਂਦੇ ਨੇ ਜਾਂ ਜਿਨ੍ਹਾਂ ਨੇ ਲਿਖਵਾਏ ਨੇ ਕੀਰਤਨ ਦਰਬਾਰ, ਅਸੀਂ ਕੀਰਤਨ ਦਰਬਾਰ ਕਰਵਾਉਣਾ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਜਥੇ ਵੱਲੋਂ ਗੁਰੂ ਪਿਆਰ ਵਾਲਿਓ, ਹਰ ਰੋਜ਼ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ, ਇੱਧਰ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਵੀ ਵੱਧ ਰਹੀ ਹੈ। ਨਿਸ਼ਕਾਮ ਕੀਰਤਨੀ ਜਥੇ ਦੇ ਰਾਤ ਨੂੰ ਸ਼ਾਮਲ ਹੋਣ ਵਾਲੇ ਕੀਰਤਨ ਦਰਬਾਰਾਂ ਵਿੱਚ ਸੰਗਤ ਵੀ ਦਿਨੋਂ ਦਿਨ ਵੱਧ ਰਹੀ ਹੈ, ਦਿਨੋਂ ਦਿਨ ਵੱਧ ਰਹੀ ਹੈ, ਦੂਣ ਚੁਆਈ ਹੋ ਰਹੀ ਹੈ। ਬੇਨਤੀ ਇਹ ਹੈ ਕਿ ਇਹ ਮਹਿੰਗਾਈ ਦਾ ਅਸਰ ਜਥੇ ਦੇ ਕੀਰਤਨ ਦਰਬਾਰਾਂ 'ਤੇ ਨਾ ਹੋਵੇ। ਬੇਨਤੀ ਇਹ ਹੈ ਕਿ ਖਰਚੇ ਘਟਾਓ ਕੀਰਤਨ ਕਰਾਉਣ ਵਾਸਤੇ। ਜੋ ਲੰਗਰ ਨੇ ਉਹ ਬਿਲਕੁਲ ਦਾਲ ਫੁਲਕੇ ਤੱਕ ਹੀ ਸੀਮਤ ਰੱਖੋ, ਕਿਰਪਾ ਕਰਕੇ ਦਾਲ ਫੁਲਕੇ ਤੱਕ ਹੀ ਸੀਮਤ ਰੱਖੋ। ਇੱਕ ਚੀਜ਼ ਬਣਾ ਲਓ, ਜਾਂ ਸਬਜ਼ੀ ਜਾਂ ਦਾਲ, ਅਤੇ ਇੱਕ ਫੁਲਕਾ ਰੱਖ ਲਓ। ਫੁਲਕੇ ਭਾਵੇਂ ਵੱਡੇ ਬਣਾ ਲਓ ਅਤੇ ਦਾਲ ਸੰਘਣੀ ਕਰਕੇ, ਭਾਂਡਿਆਂ ਦਾ ਵੀ ਭਾਵੇਂ ਥਾਲੀਆਂ ਦਾ ਵੀ ਨਾ ਹੋਵੇ, ਖੇਚਲ ਘਟੇ। ਅਤੇ ਕੀਰਤਨ ਦਰਬਾਰ ਰੋਜ਼ ਹੋਣੇ ਚਾਹੀਦੇ ਨੇ, ਇਹ ਨਹੀਂ ਰੁਕਣੇ ਚਾਹੀਦੇ ਕਿ ਖਰਚੇ ਤੋਂ ਕਿਸੇ ਵੀਰ ਭੈਣ ਕਿਰਤੀ ਹੈ ਕਹੇ ਕਿ ਮੈਂ ਕੀਰਤਨ ਦਰਬਾਰ ਚਾਹ ਹੈ ਘਰ ਸੰਗਤ ਸੱਜਣੀ ਕੀਰਤਨ ਦਰਬਾਰ ਸਜਾਉਣਾ ਸੀ, ਉਹ ਰਹਿ ਜਾਵੇ। ਕੀਰਤਨ ਦਰਬਾਰ ਰੋਜ਼ ਸੱਜਣੇ ਚਾਹੀਦੇ ਨੇ। ਪੰਡਾਲਾਂ 'ਤੇ ਖਰਚਾ ਭਾਵੇਂ ਉੱਪਰ ਪੰਡਾਲ ਨਾ ਸਜਾਓ, ਥੱਲੇ ਵਿਛਾਈ ਜ਼ਰੂਰ ਕਰੋ, ਪਰ ਖੁੱਲ੍ਹੇ ਥਾਂ 'ਤੇ ਕਰੋ। ਅਤੇ ਖਰਚੇ ਜਿਵੇਂ ਹੋ ਘਟਾਓ, ਸਰੋਪੇ ਵੀ ਪਾਉਣ ਦੀ ਏਡੀ ਲੋੜ ਨਹੀਂ। ਅਤੇ ਇਹ ਜ਼ਰੂਰੀ ਬੇਨਤੀ ਹੈ ਕਿ ਕੀਰਤਨ ਦਰਬਾਰ ਨਹੀਂ ਰੁਕਣੇ ਚਾਹੀਦੇ, ਇਹ ਰੋਜ਼ ਹੋਣੇ ਚਾਹੀਦੇ ਨੇ। ਅਤੇ ਖਰਚੇ ਖਣੋ ਨਾ ਰੁਕ ਜਾਣ, ਅਤੇ ਆਪਾਂ ਸਾਦੇ ਜਿਹੜੇ ਆ ਉਹ ਲੰਗਰ ਕਰੀਏ ਅਤੇ ਖਰਚੇ ਘਟਾਈਏ। ਇਹ ਜ਼ਰੂਰੀ ਬੇਨਤੀ ਸਭ ਦੇ ਚਰਨਾਂ ਵਿੱਚ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜਪੋ, ਵਾਹਿਗੁਰੂ 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 ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਨਗਰ ਰੋੜਾਂ ਵਾਲੇ ਦੀ ਸੰਗਤ ਉਹ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੋ ਇਹ ਸਮਾਗਮ ਕਰਵਾ ਰਹੀ ਹੈ, ਮਹਾਰਾਜ ਇਹਨਾਂ ਕੋ ਸੇਵਾ ਲੈ ਰਹੇ ਨੇ। ਉਹ ਕੌਮਾਂ ਸਾਰੇ ਸੰਸਾਰ ਵਿੱਚ ਸਦਾ ਵਾਸਤੇ ਜਿਉਂਦੀਆਂ ਰਹਿੰਦੀਆਂ ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਵਾਹਿਗੁਰੂ। ਜਿਹੜੇ ਸ਼ਹੀਦਾਂ ਨੂੰ ਭੁੱਲ ਜਾਂਦੇ ਉਹ ਕੌਮਾਂ ਬਹੁਤਾ ਚਿਰ ਨਹੀਂ ਰਹਿ ਸਕਦੀਆਂ। ਅਜੇ ਫਿਰ ਵੀ ਗੁਰੂ ਦੀ ਕਿਰਪਾ ਹੈ, ਮਾਇਆਵਾਦੀ ਯੁੱਗ ਹੈ, ਲੋਕ ਭੁੱਲ ਚੁੱਕੇ ਨੇ, ਪਰ ਫਿਰ ਵੀ ਗੁਰੂ ਦੀ ਰਹਿਮਤ ਹੈ। ਗੁਰੂ ਦੇ ਸਿੱਖ ਜਦੋਂ ਸਾਡੇ ਲਾਗੇ ਘੱਲੂਘਾਰਾ ਵਾਪਰਿਆ, ਸਿੰਘ ਦੱਸ ਰਹੇ ਸੀ ਮੈਨੂੰ ਰਸਤੇ ਦੇ ਵਿੱਚ ਕਿ ਉੱਥੋਂ ਦੇ ਜਿਹੜੇ ਸ਼ਹੀਦ ਨੇ ਇਸ ਨਗਰ ਦੇ ਵੀ, ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਮਨਾਇਆ ਜਾ ਰਿਹਾ। ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲਈਏ, ਉਹਨਾਂ ਦਾ ਜੀਵਨ ਦੇਖੀਏ ਅਤੇ ਆਪਣਾ ਜੀਵਨ ਕੰਪੈਰੀਜ਼ਨ ਕਰੀਏ ਕਿ ਸਾਡਾ ਅਤੇ ਉਹਨਾਂ 'ਚ ਫਰਕ ਕੀ ਹੈ।
ਉਹਨਾਂ ਨੇ ਕੌਮ ਦੇ ਵਾਸਤੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਅਸੀਂ ਜਿਤਨੇ ਬੈਠੇ ਹਾਂ, ਦਾਸ ਵੀ ਤੁਹਾਡੇ ਨਾਲ ਹੈ, ਆਪਣੇ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਵੀ ਆਪਣੀ ਕੌਮ ਵਾਸਤੇ ਕੁਝ ਕੀਤਾ। ਹੁਣ ਤੱਕ ਜਿੰਨਾ ਸਾਡਾ ਸਮਾਂ ਲੰਘ ਗਿਆ, ਜਿੰਨੀ ਉਮਰ ਲੰਘ ਗਈ ਹੈ, ਆਪਣੇ ਸਾਰੇ ਜੀਵਨ 'ਚ ਝਾਤ ਮਾਰੀਏ ਕਿ ਅਸੀਂ ਕੌਮ ਵਾਸਤੇ ਕੁਝ ਕੀਤਾ, ਆਪਣੀ ਵਾਸਤੇ। ਬੰਦਾ ਇੰਨਾ ਹੀ ਕਰ ਲਵੇ, ਗੁਰੂ ਵਾਲਾ ਹੀ ਬਣ ਜਾਏ, ਫਿਰ ਵੀ ਸਮਝ ਲਓ ਕੌਮ ਵਾਸਤੇ ਕੁਝ ਕਰ ਲਿਆ। ਆਪਣੇ ਪਰਿਵਾਰ ਨੂੰ, ਆਪਣੇ ਸਗੇ ਸੰਬੰਧੀਆਂ, ਰਿਸ਼ਤੇਦਾਰਾਂ ਨੂੰ ਜੇ ਕਿਤੇ ਕੋਸ਼ਿਸ਼ ਕਰਕੇ ਸਤਿਗੁਰੂ ਜੀ ਦੀ ਰਹਿਮਤ ਸਦਕਾ ਜੇ ਇਸ ਗੱਲ 'ਚ ਕਾਮਯਾਬ ਹੋ ਜਾਏ, ਗੁਰੂ ਵਾਲਾ ਬਣਾ ਲਏ, ਤੇ ਮਾਨੋ ਕੌਮ ਵਾਸਤੇ ਕੁਝ ਨਾ ਕੁਝ ਕਰ ਲਿਆ। ਸਭ ਤੋਂ ਜ਼ਰੂਰੀ ਹੈ, ਜਿਸ ਗੱਲ ਤੋਂ ਬਹੁਤ ਪਿੱਛੇ ਰਹਿ ਰਹੇ ਹਾਂ ਆਪਾਂ। ਦੂਜੀਆਂ ਕੌਮਾਂ ਵੱਲ ਦੇਖੋ, ਮੁਸਲਮਾਨ ਕੌਮ ਵੱਲ ਦੇਖੋ। ਅੱਜ ਤਾਲਿਬਾਨ ਨੇ ਕੀਤਾ ਨਾ, ਉੱਥੇ ਤੁਸੀਂ ਜੋ ਦੇਖ ਰਹੇ ਹੋ, ਸਾਡੀਆਂ ਬੱਚੀਆਂ ਉੱਥੇ ਜਿਹੜੀਆਂ ਪੜ੍ਹਦੀਆਂ ਨੇ, ਕਿਸੇ ਦਾ ਸਿਰ ਨੰਗਾ ਨਹੀਂ ਹੋਏਗਾ। ਕੱਲ੍ਹ ਪਰਸੋਂ ਅਖਬਾਰ 'ਚ ਵੀ ਆਈ ਨਾ ਖਬਰ ਉਹਨਾਂ ਦੀ। ਤੁਸੀਂ ਉੱਥੇ ਛੱਡੋ, ਜੰਮੂ ਕਸ਼ਮੀਰ ਜਾ ਕੇ ਦੇਖੋ, ਉਹਨਾਂ ਦੀ ਬੱਚੀਆਂ ਨੇ ਇੱਦਾਂ ਪੂਰਾ ਮੱਥਾ ਤੇ ਕੰਨਾਂ ਦੇ ਪਿੱਛੋਂ ਦੀ ਚੁੰਨੀ ਲਈ ਹੁੰਦੀ ਹੈ, ਤੇ ਇੱਕ ਕੇਸ ਉਹਨਾਂ ਦਾ ਨਹੀਂ ਲੱਭਦਾ, ਬਿਲਕੁਲ ਸਿਰ ਟੱਕਿਆ ਹੁੰਦਾ। ਤੇ ਮੇਰੀਆਂ ਧੀਆਂ ਬੈਠੀਆਂ ਜੇ ਤੁਸੀਂ ਭੈਣਾਂ, ਕੇਸਕੀ ਤੋਂ ਬਿਨਾਂ ਸਿਰ ਟੱਕਿਆ ਨਹੀਂ ਰਹਿ ਸਕਦਾ। ਕਸ ਕੜਾ ਕਿਰਪਾਨ ਕੰਘਾ ਕੇਸਕੀ, ਪੰਜ ਕਕਾਰੀ ਰਹਿਤ ਧਾਰੇ ਸਿੱਖ ਸੋਈ, ਸਾਬਤ ਸੂਰਤ ਦਸਤਾਰ ਸਿਰਾ। ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖ ਦਿੱਤਾ। ਸਤਿਕਾਰਯੋਗ ਡਾਕਟਰ ਸਾਹਿਬ ਨੇ ਕਈ ਵਾਰੀ ਇਹ ਹੁਕਮ ਕੀਤਾ, ਕਈ ਵਾਰੀ ਸੰਗਤ 'ਚ ਵਿਚਾਰ ਹੋਈ ਹੈ। ਕਿਉਂਕਿ ਇਹ ਬੀਬੀਆਂ ਨੂੰ ਅਸੀਂ ਖਾਲਸੀ ਨਹੀਂ ਕਹਿੰਦੇ, ਜਦੋਂ ਫਤਿਹ ਬੁਲਾਉਂਦੇ ਇਹਨਾਂ ਨੂੰ ਵੀ ਖਾਲਸਾ ਹੀ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਇਹ ਵੀ ਖਾਲਸੇ ਨੇ। ਤੇ ਸਿੱਖਾਂ ਨੂੰ ਜੇ ਰਹਿਤ ਦਿੱਤੀ ਹੈ, ਜੇ ਸਿੰਘਾਂ ਨੂੰ ਦਿੱਤੀ ਹੈ, ਤੇ ਬੀਬੀਆਂ ਨੂੰ ਵੀ ਉਹੀ ਰਹਿਤ ਦਿੱਤੀ ਹੈ। ਤੁਸੀਂ ਜਦੋਂ ਹੁਣ ਕਹਿੰਦੇ ਜੀ, ਜਦੋਂ ਅੰਮ੍ਰਿਤ ਸੰਚਾਰ ਹੁੰਦਾ ਜੀ, 5 ਕਕਾਰ ਧਾਰਨ ਕਰਕੇ ਆਉਣੇ। ਹੁਣ 5 ਕਕਾਰ ਧਾਰਨ ਕਰਕੇ ਆ ਗਏ। ਸਤਿਕਾਰਯੋਗ ਹੈ, ਕੇਸ ਮਹਾਰਾਜ ਜੀ ਨੇ ਨਾਂ ਹੀ ਰੱਖਿਆ ਕੇਸਗੜ੍ਹ, ਕਿਤੇ ਭੁੱਲ ਨਾ ਹੀ ਜਾਣ। ਪਰ ਕੇਸ ਤੇ ਸਾਨੂੰ ਸਤਿਗੁਰੂ ਜੀ ਨੇ ਪਹਿਲਾਂ ਹੀ ਲਾਏ ਨੇ। ਬਾਹਰੋਂ 5 ਕਕਾਰ ਧਾਰਨ ਕਰਕੇ ਜਦੋਂ ਆਪਾਂ ਆਣਾ, ਹੁਣ ਜੇ 5 ਕਕਾਰ ਧਾਰਨ ਕਰਕੇ ਕੋਈ ਗੁਰਦੁਆਰਾ ਸਾਹਿਬ, ਮਾਨੋ ਕੋਈ ਸਿੱਖ ਆਇਆ, ਕੇਸ ਉਹਦੇ ਸਿਰ ਤੇ ਹੈ, ਪਰ ਜੇ ਉਹਨੇ ਸਿਰ ਤੇ ਦਸਤਾਰ ਨਹੀਂ ਸਜਾਈ, ਨੰਗੇ ਸਿਰ ਗੁਰਦੁਆਰੇ ਆ ਸਕਦਾ? ਕੇਸ 5 ਕਕਾਰ ਪੂਰੇ ਹੀ ਆ ਨਾ। ਜੇ ਦਸਤਾਰ ਨਹੀਂ ਹੈ, ਜੇ ਕੇਸ ਕਕਾਰ ਹੈ, ਤੇ 5 ਕਕਾਰ ਧਾਰਨ ਕਰਕੇ ਗੁਰਦੁਆਰਾ ਸਾਹਿਬ ਨੰਗੇ ਸਿਰ ਆ ਸਕਦਾ? ਮੇਰੀ ਕੋਈ ਭੈਣ ਆ ਸਕਦੀ? ਕੇਸਾਂ ਦੀ ਸੰਭਾਲ ਵਾਸਤੇ ਕੇਸਕੀ ਜ਼ਰੂਰੀ ਹੈ, ਜਿੱਦਾਂ ਕਿਰਪਾਨ ਦੀ ਸੰਭਾਲ ਵਾਸਤੇ ਗਾਤਰਾ ਜ਼ਰੂਰੀ ਹੈ। ਗਾਤਰਾ ਸਾਡਾ ਕਕਾਰ ਨਹੀਂ, ਸਾਡਾ ਕਕਾਰ ਕਿਰਪਾਨ ਹੈ, ਪਰ ਸਾਨੂੰ ਗਾਤਰਾ ਪਾਉਣਾ ਪਏਗਾ, ਕਿਉਂਕਿ ਕਿਰਪਾਨ ਗਾਤਰੇ ਵਿੱਚ ਹੀ ਫੱਬਦੀ ਹੈ। ਜਾਂ ਫਿਰ 3.5 ਫੁੱਟੀ ਹੱਥ 'ਚ ਫੜ ਕੇ ਰੱਖੇ। ਜੋ ਪੰਥ ਦਾ ਹੁਕਮ ਹੈ 9 ਇੰਚੀ ਕਿਰਪਾਨ ਵੱਲੋਂ, ਪੰਥ ਵੱਲੋਂ ਹੀ ਫੈਸਲਾ ਕੀਤਾ ਗਿਆ। ਪਹਿਲਾਂ ਜਦੋਂ ਅੰਮ੍ਰਿਤ ਸੰਚਾਰ ਹੋਇਆ, 3.5 ਫੁੱਟੀ ਕਿਰਪਾਨ ਨਾਲ ਹੀ ਹੋਇਆ, ਜੋ ਇਤਿਹਾਸ 'ਚ ਲਿਖਿਆ। ਇਹ ਦਾਸ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰੇ। ਕੋਈ ਸਾਡੀ ਭੈਣ ਵੀ 5 ਕਕਾਰ ਧਾਰਨ ਕਰਕੇ ਜੇ ਸਿਰ ਤੇ ਦੁਪੱਟਾ ਨਹੀਂ ਲਿਆ, ਜੇ ਦਸਤਾਰ ਨਹੀਂ ਸਜਾਈ, ਸਿਰ ਨਹੀਂ ਢੱਕਿਆ, ਤੇ ਇਕੱਲੇ ਕਕਾਰ 5 ਧਾਰਨ ਕਰਕੇ ਗੁਰੂ ਘਰ ਨਹੀਂ ਆ ਸਕਦੀ। ਕੇਸ ਨੰਗੇ ਛੱਡ ਕੇ ਨਹੀਂ ਆ ਸਕਦੀ। ਇਹ ਕੇਸਾਂ ਦੀ ਸੰਭਾਲ ਵਾਸਤੇ ਹੈ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਗਮ ਚੱਲ ਰਿਹਾ, ਜਿਤਨੇ ਆਪਾਂ ਆਏ ਹਾਂ, ਇੰਨਾ ਹੀ ਪ੍ਰਣ ਕਰਕੇ ਜਾਈਏ ਕਿ ਅੱਜ ਤੋਂ ਬਾਅਦ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ। ਅਸੀਂ ਦਿਨੇ ਗਏ ਸੀ, ਭਾਈ ਸਾਹਿਬ ਬੈਠੇ ਨੇ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ, ਉੱਥੇ ਕੀਰਤਨ ਤੇ ਕਥਾ ਵਿੱਚ ਭਾਈ ਜੋਗਾ ਸਿੰਘ ਜੀ ਕਵੀਸ਼ਰ ਜਥਾ, ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਕੇਸਾਂ ਦੀ ਬੇਅਦਬੀ ਕਰਦੇ ਨੇ, ਜੇ ਉਹ ਸੰਗਤ ਵਿੱਚ ਆਣ ਕੇ ਬੈਠ ਜਾਂਦੇ ਨੇ ਤੇ ਉੱਥੇ ਉਹਨਾਂ ਦੀ ਬੇਪਤੀ ਹੁੰਦੀ। ਮੈਨੂੰ ਲੱਗਦਾ ਵੀ ਕਿੱਦਾਂ ਦੀ ਗੱਲ ਕਹੀ, ਚਲੋ ਮੇਰੀ ਸਮਝ ਸ਼ਾਇਦ ਫਰਕ ਹੋਏ, ਕਿ ਉਹ ਬੱਚੇ ਉੱਥੇ ਬੈਠਣਾ ਚੰਗਾ ਨਹੀਂ ਸਮਝਦੇ ਕਿ ਸਾਡੀ ਬੇਇੱਜ਼ਤੀ ਹੁੰਦੀ ਹੈ ਇੱਥੇ। ਮੈਨੂੰ ਲੱਗਦਾ ਨਹੀਂ ਇੱਦਾਂ। ਕਹਿੰਦੇ ਉਹ
ਬਾਹਰ ਬਹਿ ਕੇ ਸੁਣ ਲੈਂਦੇ ਨੇ। ਉਹ ਕਹਿੰਦੇ ਸੰਗਤ ਵਿੱਚ ਜਾ ਕੇ ਬੈਠੀਏ ਤੇ ਸਾਨੂੰ ਗੱਲਾਂ ਬੜੀਆਂ ਜੇ ਤੁਹਾਨੂੰ ਗੱਲਾਂ ਹੁੰਦੀਆਂ ਤੇ ਹੁੰਦੀਆਂ ਕਾਹਦੇ ਵਾਸਤੇ ਨੇ? ਤੁਸੀਂ ਉਹ ਕੰਮ ਹੀ ਕਿਉਂ ਕਰਦੇ ਹੋ? ਪਰ ਅਸੀਂ ਅਬਿਰਕ ਤਲਵੰਡੀ ਪਿੱਛੇ ਜੇ ਸਮਾਗਮ ਹੋਇਆ, ਦਾਸ ਨੂੰ ਉਹਨਾਂ ਨੇ ਬੁਲਾਇਆ, ਹੁਕਮ ਕੀਤਾ, ਬਿਲਕੁਲ ਗੱਲ ਠੀਕ ਮੈਂ ਵੇਖੀ ਉੱਥੇ। ਉਹ ਮੈਨੂੰ ਕਹਿੰਦੇ ਥੋੜ੍ਹਾ ਸਮਾਂ ਤੁਸੀਂ ਵਿਚਾਰ ਕਰਨੀ। ਮੈਂ ਕਿਹਾ ਉਹਨਾਂ ਦਾ ਹੁਕਮ ਮੰਨ ਕੇ ਮੈਂ ਕਿਹਾ ਜੀ ਠੀਕ ਹੈ। ਅਜੇ ਹੁਕਮਨਾਮਾ ਲਿਆ, ਵਿਚਾਰ ਸ਼ੁਰੂ ਕਰਨੀ, ਤੇ ਜਿੰਨੇ ਬੱਚੇ ਅੰਦਰ ਬੈਠੇ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਸਾਰੇ ਉੱਠ ਕੇ ਤੁਰ ਪਏ। ਸਾਰੇ ਤੁਰਨ ਲੱਗੇ ਬਾਹਰ, ਤੇ ਮੈਂ ਉਹਨਾਂ ਨੂੰ ਉੱਥੇ ਹੀ ਬੇਨਤੀ ਕਰਤੀ। ਮੈਂ ਕਿਹਾ ਮੇਰੀ ਇੱਕ ਮਿੰਟ ਬੇਨਤੀ ਸੁਣਿਓ, ਤੁਸੀਂ ਜਿੰਨੇ ਜਾਣੇ ਚੱਲੇ ਹੋ ਨਾ, ਸਿਰਫ ਤੁਸੀਂ 10 ਮਿੰਟ ਬੈਠ ਜਾਓ, 10 ਮਿੰਟਾਂ ਦੇ ਬਾਅਦ ਚਲੇ ਜਾਓ। ਤੁਹਾਨੂੰ ਗੁਰੂ ਦਾ ਵਾਸਤਾ, ਤੁਸੀਂ ਬੈਠੋ। ਚਲੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਮੇਰੀ ਬੇਨਤੀ ਉਹਨਾਂ ਕਬੂਲ ਕੀਤੀ, ਬੈਠ ਗਏ। ਮੈਂ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਮੈਂ ਇਹਨਾਂ ਨੂੰ 10 ਮਿੰਟ ਕਿਹਾ ਨਾ, ਤੂੰ ਇਹਨਾਂ ਨੂੰ ਉੱਠਣ ਨਹੀਂ ਦੇਣਾ ਹੁਣ, ਤਾਂ ਤੁਸੀਂ ਮਿਹਰ ਕਰਿਓ, ਕੋਈ ਐਸੀ ਕਲਾ ਵਰਤਾਓ, ਕੋਈ ਐਸੇ ਅਲਫਾਜ਼ ਬਖਸ਼ਿਸ਼ ਕਰੋ, ਮੈਂ ਇਹਨਾਂ ਦੀ ਸੇਵਾ ਕਰ ਸਕਾਂ, ਇਹਨਾਂ ਦੇ ਅੰਦਰ ਕੋਈ ਗੱਲ ਸਤਿਗੁਰੂ ਜੀ ਦੀ ਗੱਲ ਕੋਈ ਪਹੁੰਚ ਜਾਏ। ਤੁਸੀਂ ਮੇਰੇ ਤੇ ਮਿਹਰ ਕਰੋ ਮਹਾਰਾਜ, ਇਹਨਾਂ ਤੇ ਵੀ ਕਿਰਪਾ ਕਰੋ, ਉੱਠ ਕੇ ਨਾ ਜਾਣ। ਤੇ ਮਹਾਰਾਜ ਜੀ ਦੀ ਬਖਸ਼ਿਸ਼ ਹੋਈ। 1 ਘੰਟਾ ਵਿਚਾਰ ਕੀਤੀ, ਸਿਮਰਨ ਦੂਜਿਆਂ ਨਾਲੋਂ ਜ਼ਿਆਦਾ ਕਰਦੇ ਸੀ, ਵਾਹਿਗੁਰੂ ਵਾਹਿਗੁਰੂ। ਉੱਠ ਕੇ ਨਹੀਂ ਕੋਈ ਗਿਆ। ਮੈਂ ਸਗੋਂ ਮਹਾਰਾਜ ਦੀ ਹਜ਼ੂਰੀ 'ਚ ਇੰਨੀ ਗੱਲ ਕਹਿ ਦਾਂ, ਜੇ ਕੋਈ ਵਿਰਕ ਤਲਵੰਡੀ ਦਾ ਬੈਠਾ ਸਿੱਖ ਜਿਹੜਾ ਉੱਥੇ ਆਇਆ ਹੋਏ, ਸਮਾਪਤੀ ਕਰਨ ਲੱਗਾ, ਘੰਟੇ ਤੋਂ ਵੱਧ ਸਮਾਂ ਲੱਗ ਗਿਆ, ਤੇ ਪਤਾ ਕਹਿੰਦੇ ਭਾਈ ਸਾਹਿਬ ਜੀ 15-20 ਮਿੰਟ ਹੋਰ ਲਾਓ। ਮੈਂ ਕਿਹਾ ਤੁਸੀਂ ਤੇ ਬੈਠਦੇ ਨਹੀਂ ਸੀ। ਇਹਨਾਂ ਬੱਚਿਆਂ ਨੂੰ ਸਾਨੂੰ ਪਿਆਰ ਨਾਲ ਸਮਝਾਉਣਾ ਪੈਣਾ। ਜਿਹੜਾ ਬੱਚਾ ਕੇਸਾਂ ਦੀ ਬੇਅਦਬੀ ਕਰਦਾ ਮਾਨੋ ਬਿਮਾਰ ਹੈ ਮਾਨਸਿਕ ਤੌਰ ਤੇ। ਭਾਈ ਸੰਤ ਸਿੰਘ ਜੀ ਮਸਕੀਨ ਜਿਹੜੀ ਕਥਾ ਕਰਦੇ ਰਹੇ, ਉਹ ਕਹਿੰਦੇ 35 ਸਾਲ ਤੱਕ ਜੇ ਕੋਈ ਬੰਦਾ ਅੰਮ੍ਰਿਤਧਾਰੀ ਨਹੀਂ ਹੁੰਦਾ, 35 ਸਾਲ ਤੱਕ, ਤੇ ਸਮਝ ਲਓ ਕਿ ਮਾਨਸਿਕ ਤੌਰ ਤੇ ਬਿਮਾਰ ਹੈ, ਉਹਨੂੰ ਕੋਈ ਪ੍ਰੋਬਲਮ ਹੈ, ਰੱਬ ਵਾਲੇ ਬੰਨੇ ਤੁਰ ਨਹੀਂ ਰਿਹਾ। ਉਹਨੂੰ ਪਿਆਰ ਨਾਲ ਸਮਝਾਉਣਾ ਪਏਗਾ, ਉਹਨੂੰ ਕੋਲ ਬਿਠਾਓ। ਹੁਣ ਜਿਹੜੇ ਬੱਚੇ ਸਾਡੇ ਬਿਮਾਰ ਹੁੰਦੇ, ਆਪਾਂ ਦਵਾਈ ਲੈ ਕੇ ਨਹੀਂ ਦਿੰਦੇ, ਉਹਨਾਂ ਨੂੰ ਦਵਾਈ ਲੈ ਕੇ ਦਿੰਦੇ ਹਾਂ। ਸਾਡਾ ਆਪਣਾ ਬੱਚਾ ਕੋਈ ਢਿੱਡ ਪੀੜ ਨਾਲ ਮਰ ਰਿਹਾ ਹੋਏ, ਉਹ ਕਹੇਗਾ ਡੈਡੀ ਮੈਨੂੰ ਦਵਾਈ ਲੈ ਕੇ ਦਿਓ, ਆਪਾਂ ਜਾਂਦੇ ਉਸ ਵੇਲੇ ਹਸਪੀਟਲ। ਇਹ ਬੱਚੇ ਬਿਮਾਰ ਨੇ, ਇਹਨਾਂ ਨੇ ਕੇਸਾਂ ਦੀ ਬੇਅਦਬੀ ਕੀਤੀ, ਜਾਂ ਜੇ ਗੁਰੂ ਵਾਲੇ ਨਹੀਂ ਬਣਦੇ ਤੇ ਇਹਨਾਂ ਨੂੰ ਫਿਰ ਅਸੀਂ ਪਿਆਰ ਦੇ ਨਾਲ ਦਵਾਈ ਲਿਆ ਕੇ ਦੇਣੀ। ਉਹ ਦਵਾਈ ਕਿੱਥੋਂ ਮਿਲਣੀ ਹੈ? ਇਹ ਸੰਗਤ ਵਿੱਚੋਂ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਸੰਗਤ ਪਤਾ ਕੌਣ ਕਰਦਾ? ਜੇ ਠਾਕੁਰ ਸੋ ਪ੍ਰਸੰਨ ਪਇਓ, ਸਤ ਸੰਗਤ ਤੇ ਪਿਆਰ। ਜੇ ਤੇ ਉਹ ਪੂਰੀ ਬਖਸ਼ਿਸ਼ ਕਰਦਾ ਹੈ, ਉਹ ਬੰਦੇ ਦਾ ਸੰਗਤ ਨਾਲ ਪਿਆਰ ਬਣਦਾ, ਉਹ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ। ਮਹਾਰਾਜ ਜੀ ਨੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਜੇ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤੇ ਪਿਆਰ। ਹਰ ਗੁਰ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕੀਓ ਉਧਾਰ। ਉਹਦੀ ਕੁਲ ਦਾ ਉਧਾਰ ਹੋ ਜਾਂਦਾ ਜਿਨ ਸਤਿਗੁਰੂ ਜੀ ਦੇ ਦਰਸ਼ਨ ਪਰਸ਼ਨ ਕਰ ਲਏ। ਤੋ ਮੇਰੇ ਜਿਤਨੇ ਵੀ ਤੁਸੀਂ ਆਏ ਹੋ, ਮੇਰੀਆਂ ਧੀਆਂ, ਮੇਰੀਆਂ ਭੈਣਾਂ ਬੈਠੀਆਂ ਹੋ, ਗੁਰਸਿੱਖ ਵੀਰ ਬੈਠੇ ਹੋ, ਮੁਬਾਰਕ ਹੈ ਤੁਸੀਂ ਜੁੜਦੇ ਹੋ। ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ, ਬੱਚਿਆਂ ਨੂੰ ਵੀ ਜੋੜੋ। ਸਮਾਗਮ ਉੱਤੇ ਆਣ ਕੇ ਵੀ ਬੱਚੇ ਪਿੱਛੇ ਮੋਬਾਈਲ ਦੇ ਉੱਤੇ ਗੇਮਾਂ ਖੇਡਦੇ ਰਹਿੰਦੇ ਜਾਂ ਬਾਹਰ ਘੁੰਮਦੇ ਰਹਿੰਦੇ। ਸੇਵਾ ਤੋਂ ਬਿਨਾਂ ਕੋਈ ਬਾਹਰ ਘੁੰਮੇ ਨਾ। ਕੱਲ ਭਾਈ ਜਤਿੰਦਰ ਸਿੰਘ ਜੀ ਨੇ ਹੁਕਮ ਕੀਤਾ ਸੀ ਦਾਸ ਨੂੰ, ਕਿਉਂਕਿ ਸੰਗਤ ਦਾ ਤੇ ਹੁਕਮ ਹੈ, ਕਹਿੰਦੇ ਬੇਨਤੀ ਕਰ ਦਿਓ ਕਿ ਆਪਾਂ ਜਿੱਦਾਂ ਪਹਿਲਾਂ ਕਰਦੇ ਰਹੇ ਨਾ, ਕਿ ਸਾਡੇ ਸਿੰਘ ਬਰਸੇ ਵਾਲੇ ਉਹਨਾਂ ਨੇ ਚੋਲੇ ਪਾ ਕੇ ਉੱਥੇ ਖਲੋ ਜਾਣਾ, 2 ਸਿੰਘ ਉੱਥੇ ਖਲੋਤੇ ਹੋਣੇ, 2 ਲੰਗਰਾਂ ਦੇ ਲਾਗੇ ਖਲੋਤੇ ਹੋਣੇ। ਵਲੰਟੀਅਰ ਜਿਹੜੇ ਸੇਵਾ ਕਰਨੀ ਚਾਹੁੰਦੇ ਆ, ਜਿਤਨੇ ਤੁਸੀਂ ਬੈਠੇ ਹੋ, ਮੇਰੀਆਂ ਭੈਣਾਂ ਵੀ ਸੇਵਾ ਕਰ ਸਕਦੀਆਂ। ਵੱਡੇ ਸਮਾਗਮ ਚੱਲਦੇ ਉੱਥੇ ਸੇਵਾ ਕਰਦੀਆਂ ਨਾ ਭੈਣਾਂ। ਸਾਡੇ ਕੋਲ ਸਾਰਾ ਸਮਾਨ ਬੱਸ ਦੇ ਵਿੱਚ ਪਹਿਲਾਂ ਪਿਆ, ਸ਼ਾਇਦ ਹੁਣ ਆਪਾਂ ਪੁੱਛ ਲਵਾਂਗੇ, ਉਹਨੂੰ ਬੇਨਤੀ ਕਰ ਲਈ। ਚੋਲੇ ਵੀ ਪਏ ਨੇ ਤੇ ਬਰਸੇ ਵੀ ਪਏ ਨੇ। ਜੇ ਕੋਈ ਬੰਦਾ ਸੰਗਤ ਦੇ ਵਿੱਚ ਥੋੜ੍ਹਾ ਜਿਹਾ ਜੋ ਸੰਗਤ ਤੋਂ ਆਪਾਂ ਸਮਝੀ ਡਿਸਪਲਿਨ ਦੇ ਉਲਟ ਜਾ ਰਿਹਾ, ਤੇ ਉਸ ਨੂੰ ਅਸੀਂ ਪਿਆਰ ਦੇ ਨਾਲ ਬਾਹਰ ਵੀ ਲਿਜਾ ਸਕਦੇ ਹਾਂ ਵੀ ਨਹੀਂ ਭਾਈ, ਸੰਗਤ 'ਚ ਇੱਦਾਂ ਨਹੀਂ ਕਰਨਾ, ਤੂੰ ਪਿਆਰ ਦੇ ਨਾਲ ਬੈਠ ਇੱਥੇ। ਜੇ ਬੈਠਣਾ, ਜੇ ਨਹੀਂ ਬੈਠਣਾ ਤਾਂ ਬਾਹਰ ਜਾ ਕੇ ਬਹਿ ਕੇ ਸੁਣ ਲੈ। ਤਾਂ ਹੀ ਕਿਉਂਕਿ ਡਿਸਪਲਿਨ ਬਹੁਤ ਜ਼ਰੂਰੀ ਹੈ। 2 ਸਿੰਘ ਉੱਥੇ ਖਲੋਤੇ ਹੋਣ ਗੇਟ ਦੇ ਉੱਤੇ, 2 ਸਿੰਘ ਬਾਹਰ ਬੈਠੇ ਹੋਣ, ਬਾਹਰ ਖਲੋਤੇ ਹੋਣ ਲੰਗਰਾਂ ਦੇ ਨੇੜੇ। ਤੇ ਪਿੰਡ ਵਾਲਿਆਂ ਦੀ ਵੀ ਡਿਊਟੀ ਲਾਈ ਜਾਏ ਕਿ ਜਿੱਥੇ ਮੋਟਰਸਾਈਕਲ ਜਾਂ ਗੱਡੀਆਂ ਖੜੀਆਂ ਨੇ
ਬਾਹਰੋਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ, ਕਿਸੇ ਦੀ ਗੱਡੀ ਨੂੰ ਕੋਈ ਪ੍ਰੋਬਲਮ ਨਾ ਕਰੇ। ਉਦੋਂ ਬੁਰਜ ਸਾਹਿਬ ਗੁਰਦੁਆਰਾ ਸਾਹਿਬ ਦੇਖਿਆ ਨਹੀਂ, ਮੋਟਰਸਾਈਕਲ ਕੋਈ ਲੈ ਗਿਆ ਉੱਥੋਂ, ਉੱਥੇ ਅਜੇ ਪ੍ਰਬੰਧ ਵੀ ਹੈ ਪਰ ਉੱਥੋਂ ਵੀ ਮੋਟਰਸਾਈਕਲ ਚੁੱਕ ਕੇ ਲੈ ਗਏ। ਉਦੋਂ ਸਮਾਗਮ ਦੇ ਉੱਤੇ ਆਪਣੇ ਵਾਹਿਗੁਰੂ ਬਟਾਲੇ ਸਮਾਗਮ ਦੇ ਉੱਤੇ ਸਾਡਾ ਬੱਚਾ ਬਾਹਰ ਖਲੋਤਾ, ਝਲਾਟ ਮਾਰ ਕੇ 3 ਜਣੇ ਮੋਟਰਸਾਈਕਲ ਤੇ ਆਏ, ਉਹਦੇ ਨਾਲੇ ਕਮੀਜ਼ ਪਾੜਤੀ, ਨਾਲੇ ਮੋਬਾਈਲ ਖੋਹ ਕੇ ਲੈ ਗਏ। ਸਮਾਗਮ ਦੇ ਵਿੱਚ ਬਾਹਰ ਗੇਟ ਦੇ ਉੱਤੇ ਖੜਾ, ਆਪਣੇ ਬੰਦੇ ਉੱਤੇ ਖਲੋਤੇ ਹੁੰਦੇ, ਕਿਸੇ ਦੀ ਜ਼ਰੂਰਤ ਨਹੀਂ ਹੈ। ਸਮਾਗਮ ਦੇ ਵਿੱਚ ਗੇਟ ਦੇ ਬਾਹਰ ਰੈਣ ਸਬਾਈ ਕੀਰਤਨ ਹੋ ਰਿਹਾ ਤੇ ਬਾਹਰ ਸਾਡਾ ਬੱਚਾ ਉੱਤੇ ਖੜਾ, ਅੰਦਰ ਆਉਣ ਲੱਗਾ। 3 ਜਣੇ ਮੋਟਰਸਾਈਕਲ ਤੇ ਆਏ, ਉਹਨਾਂ ਐਸ ਜੇਬ ਤੇ ਮੋਬਾਈਲ ਪਾਇਆ, ਉਹਨੇ ਝਲਾਟ ਮਾਰੀ, ਮੋਬਾਈਲ ਵੀ ਖੋਹ ਲਿਆ ਤੇ ਉਹਦੀ ਕਮੀਜ਼ ਵੀ ਪਾੜ ਦਿੱਤੀ। ਉਹ ਵਿਚਾਰਾ ਮੁੜ ਕੇ, ਮੈਂ ਕੋਈ ਗੱਲ ਨਹੀਂ, ਹੁਣ ਜਿਹੜਾ ਕੰਮ ਹੋ ਗਿਆ, ਮੇਰੀ ਬੇਨਤੀ ਹੈ ਸਿਕਿਉਰਿਟੀ ਵੀ ਜ਼ਰੂਰੀ ਹੈ, ਸੇਫਟੀ ਜ਼ਰੂਰੀ ਹੈ। ਇਹ ਵੀ ਜਿਨ੍ਹਾਂ ਨੇ ਸੇਵਾ ਕਰਨੀ, ਜੇ ਤੁਸੀਂ ਭਾਂਡਿਆਂ ਦੀ ਸੇਵਾ ਕਰਦੇ ਹੋ, ਲੰਗਰਾਂ ਦੀ ਸੇਵਾ ਕਰਦੇ ਹੋ, ਤੇ ਜਿਹੜੇ ਸੇਵਾਵਾਂ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਵੀਰ ਜੀ ਨੂੰ ਬੇਨਤੀ ਹੈ, ਭਾਈ ਰਸਪਾਲ ਸਿੰਘ ਜੀ ਨੂੰ, ਕਿ ਉਹ ਉਹਨਾਂ ਸਿੰਘਾਂ ਦੇ ਨਾਂ ਲਿਖੇ, ਕਿਉਂਕਿ ਕਿਸੇ ਕਿਸਮ ਦੀ ਆਪਾਂ ਸੇਵਾ ਦਰਬਾਰ ਸਾਹਿਬ ਦੇਖੋ, ਕਈ ਬੰਦੇ ਐਸੀ ਸੇਵਾ ਕਰਦੇ, ਜਦੋਂ ਪ੍ਰਸਾਦ ਲੈ ਕੇ ਜਾਂਦੇ ਨਾ, ਉਹ ਨਿੱਕੇ ਨਿੱਕੇ ਪੋਲੀਥੀਨ ਲੈ ਖਲੋਤੇ ਹੁੰਦੇ, ਵੀਰ ਪ੍ਰਸਾਦ ਘਰ ਲੈ ਕੇ ਜਾਣਾ। ਕੋਈ ਨਾ ਕੋਈ ਸੇਵਾ ਕਰਨ ਵਾਲਾ ਸੇਵਾ ਲੱਭ ਲੈਂਦਾ, ਵਾਹਿਗੁਰੂ। ਉਹ ਪੁੱਛਣਾ ਨਹੀਂ ਪੈਂਦਾ ਵੀ ਮੈਂ ਕਿਹੜੀ ਸੇਵਾ ਕਰਾਂ, ਆਪੇ ਸੇਵਾ ਲੱਭ ਲੈਂਦਾ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਆਏ ਨਾ ਗੁਰੂ ਅੰਗਦ ਦੇਵ ਜੀ ਕੋਲ, ਆਣ ਕੇ ਪੁੱਛਿਆ ਨਹੀਂ, ਭਾਈ ਜੋਧ ਦੇ ਜਦੋਂ ਲੱਤ ਤੇ ਸੱਟ ਲੱਗਦੀ ਹੈ ਤੇ ਉਹਨਾਂ ਨੇ ਕਿਹਾ ਜੀ ਅੱਜ ਤੋਂ ਬਾਅਦ ਜਲ ਮੈਂ ਲੈ ਕੇ ਆਇਆ ਕਰਾਂਗਾ। ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਕਿਹਨਾਂ ਨੇ? ਧੰਨ ਸ੍ਰੀ ਗੁਰੂ ਅਮਰਦਾਸ ਜੀ, ਉਦੋਂ ਬਾਬਾ ਅਮਰਦਾਸ ਹੈ, ਉਹ ਜਲ ਦੀ ਸੇਵਾ ਕੀਤੀ। ਜਲ ਭਰਨ ਵਾਸਤੇ ਰੋਜ਼ ਜਾਂਦੇ ਨੇ, ਬਿਆਸਾ ਤੋਂ 12 ਕਿਲੋਮੀਟਰ ਰੋਜ਼ ਜਾਣਾ ਤੇ ਰੋਜ਼ ਆਉਣਾ। ਜਦੋਂ ਹੁਣ ਸਰੀਰ ਵੀ ਬਿਰਧ ਹੈ, 60 ਸਾਲ ਦੀ ਉਮਰ ਹੈ, ਗਾਗਰ ਭਰ ਲਈ ਚੁੱਕੀ ਨਾ ਜਾਏ, ਤੇ ਮਨ ਹੀ ਮਨ ਚ ਅਰਦਾਸ ਕੀਤੀ ਵੀ ਹੁਣ ਮੈਂ ਕੀ ਕਰਾਂ, ਚੁੱਕੀ ਤੇ ਮੇਰੇ ਕੋਲ ਜਾਂਦੀ ਨਹੀਂ। ਅਰਦਾਸ ਕੀਤੀ, ਮਹਾਰਾਜ ਕੋਈ ਕਿਰਪਾ ਕਰੋ, ਮੈਨੂੰ ਕੋਈ ਇਹ ਗਾਗਰ ਚੁਕਾ ਦੇ। ਤੇ ਇੱਕ ਰਾਹੀ ਆਇਆ, ਉਹਨੇ ਆਣ ਕੇ ਗਾਗਰ ਚੁਕਾ ਦਿੱਤੀ। ਪਹਿਲੇ ਦਿਨ ਚੁਕਾਈ, ਦੂਜੇ ਦਿਨ ਫੇਰ ਭਰ ਲਈ, ਫੇਰ ਨਾ ਚੁੱਕੀ ਜਾਏ, ਫੇਰ ਬੇਨਤੀ ਕੀਤੀ। ਉਹੀ ਰਾਹੀ ਕੱਲ ਵਾਲਾ ਫੇਰ ਆਇਆ ਤੇ ਉਹਨੇ ਆਣ ਕੇ ਚੁਕਾ ਦਿੱਤੀ। ਹੁਣ ਮਨ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਮੈਂ ਹੁਣ ਸੇਵਾ ਮੈਂ ਕਰ ਰਿਹਾ। ਬਾਬਾ ਅਮਰਦਾਸ ਜੀ ਪਹਿਲਾਂ ਭਾਈ ਸਾਹਿਬ ਕਰਦੇ ਸੀ, ਹੁਣ ਮੈਂ ਕਰ ਰਿਹਾ। ਪਤਾ ਨਹੀਂ ਗੁਰੂ ਅੰਗਦ ਦੇਵ ਜੀ ਨੂੰ ਪਤਾ ਕਿ ਨਹੀਂ ਪਤਾ ਵੀ ਸੇਵਾ ਹੁਣ ਉਹ ਕਰ ਰਿਹਾ। ਮਨ 'ਚ ਇਹ ਚੱਲ ਰਿਹਾ, ਜਪੋ ਵਾਹਿਗੁਰੂ, ਸਾਰੇ ਜਪੋ ਵਾਹਿਗੁਰੂ, ਵਾਹਿਗੁਰੂ, ਜਪੋ ਵਾਹਿਗੁਰੂ। ਹੁਣ ਮਨ ਵਿੱਚ ਇਹ ਚੱਲ ਰਿਹਾ ਕਿ ਪਤਾ ਨਹੀਂ ਸਤਿਗੁਰੂ ਜੀ ਨੂੰ ਪਤਾ ਕਿ ਨਹੀਂ ਪਤਾ ਕਿ ਸੇਵਾ ਮੈਂ ਕਰ ਰਿਹਾ। ਅਸੀਂ ਵੀ ਹੁਣ ਜਦੋਂ ਸੇਵਾ ਕਰਦੇ ਆ ਨਾ, ਅਸੀਂ ਸੋਚਦੇ ਪਤਾ ਨਹੀਂ ਸਤਿਗੁਰੂ ਜੀ ਨੂੰ ਪਤਾ ਕਿ ਨਹੀਂ ਪਤਾ ਕਿ ਮੈਂ ਹੁਣ ਦੇਗ ਦੀ ਸੇਵਾ ਕਰ ਰਿਹਾ ਜਾਂ ਲੰਗਰ ਦੀ ਸੇਵਾ। ਕਿ ਸਾਰਾ ਹੀ ਪਤਾ, ਸਭ ਪਤਾ। ਘਰੋਂ ਜਦੋਂ ਤੁਰਦੇ ਉਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਧਰੋਂ ਕਿੱਧਰੋਂ ਕੋਈ ਆ ਰਿਹਾ, ਕਿੱਧਰ ਨੂੰ ਜਾ ਰਿਹਾ, ਸਭ ਦਾ ਪਤਾ ਹੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ। ਸਤਿਗੁਰੂ ਜੀ ਲਿਖਿਆ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਹੋਇਆ ਕੀ? ਹੁਣ ਮਨ ਵਿੱਚ ਇਹ ਗੱਲ ਚੱਲ ਰਹੀ, ਪਤਾ ਨਹੀਂ ਗੁਰੂ ਅੰਗਦ ਦੇਵ ਜੀ ਨੂੰ ਪਤਾ ਕਿ ਨਹੀਂ ਪਤਾ। ਅਗਲੇ ਦਿਨ ਫੇਰ ਗਾਗਰ ਜਦੋਂ ਭਰ ਲਈ, ਚੁੱਕੀ ਨਾ ਜਾਏ, ਅਰਦਾਸ ਕੀਤੀ, ਰਾਹੀ ਉਹੀ ਆ ਗਿਆ ਦੁਬਾਰਾ। ਆਣ ਕੇ ਕਹਿੰਦਾ ਵੀ ਭਾਈ ਤੈਨੂੰ ਰੋਜ਼ ਕੌਣ ਚੁਕਾਉਣ ਆਇਆ ਕਰੇ, ਤੂੰ ਇਦਾਂ ਕਰਿਆ ਕਰ, ਗਾਗਰ ਜਿਹੜੀ ਹੈ ਨਾ ਪੂਰੀ ਨਾ ਭਰਿਆ ਕਰ, ਇਹਨੂੰ ਥੋੜਾ ਜਿਹਾ ਅੱਧਾ ਕੁ ਭਰ ਲਿਆ ਕਰ, ਜਿੰਨੀ ਚੁੱਕ ਸਕਦਾ। ਅੱਧੀ ਕੁ ਭਰ ਕੇ ਸਿਰ ਤੇ ਰੱਖ ਲਿਆ ਕਰ ਤੇ ਫਿਰ ਥੱਲੇ ਨੂੰ ਚੁੱਭੀ ਮਾਰਿਆ ਕਰ, ਨਾਲੇ ਤੇਰਾ ਇਸ਼ਨਾਨ ਹੋ ਜਾਏਗਾ। ਤੇ ਪਾਣੀ ਜਦੋਂ ਭਰ ਗਿਆ ਗਾਗਰ ਦੇ ਵਿੱਚ, ਪਾਣੀ ਨੇ ਤੈਨੂੰ ਆਪੇ ਹੀ ਤਾਂ ਚੁੱਕ ਦੇਣਾ, ਆਪੇ ਤਾਂ ਉੱਠ ਜਾਏ। ਇਹ ਜੁਗਤੀ ਲੜਾਇਆ ਕਰ ਰੋਜ਼। ਉਹ ਕਹਿੰਦਾ ਇਹ ਤੇ ਕੰਮ ਹੀ ਬੜਾ ਵਧੀਆ। ਬਾਬਾ ਅਮਰਦਾਸ ਕਹਿੰਦਾ ਤੇ ਆਨੰਦ ਵਾਲਾ ਕੰਮ ਬਣ ਗਿਆ, ਚੁਕਾਉਣ ਦੀ ਲੋੜ ਹੀ ਨਹੀਂ। ਅੱਧੀ ਗਾਗਰ ਭਰਨੀ, ਸਿਰ ਦੇ ਉੱਤੇ ਰੱਖਣੀ, ਥੱਲੇ ਬੈਠਣਾ, ਨਾਲੇ ਇਸ਼ਨਾਨ ਹੋ ਜਾਣਾ, ਕੇਸੀ ਇਸ਼ਨਾਨ। ਉਹ ਗਾਗਰ ਜਦੋਂ ਭਰ ਜਾਣੀ ਤੇ ਪਾਣੀ ਦਾ ਸੁਭਾਅ ਹੈ, ਪਾਣੀ ਤਾਂ ਉਹਨੂੰ ਚੁੱਕਦਾ ਹੈ। ਤੁਸੀਂ ਦੇਖੋ, ਤੁਸੀਂ ਜਦੋਂ ਕਿਤੇ ਨਹਿਰ 'ਚ ਕਰਦੇ ਹੋ ਇਸ਼ਨਾਨ ਜਾਂ ਸਰੋਵਰ 'ਚ ਇਸ਼ਨਾਨ ਕਰਦੇ ਹੋ, ਪਾਣੀ ਇੱਕ ਵਾਰੀ ਤਾਂ ਉਹਨੂੰ ਚੁੱਕਦਾ, ਇੱਕ ਵਾਰੀ ਨਹੀਂ ਕਾਫੀ ਵਾਰੀ ਚੁੱਕਦਾ। ਜਦੋਂ ਬੰਦਾ ਫਿਰ ਥੱਲੇ ਜਾਂਦਾ, 3-4 ਵਾਰੀ ਥੱਲੇ ਜਾਏਗਾ, ਜਦੋਂ ਜ਼ਿਆਦਾ ਗੋਤੇ ਲੱਗਣਗੇ ਫਿਰ ਉਹ ਤੋਂ ਬਾਅਦ ਵੀ ਫਿਰ ਪੱਕਾ ਹੀ ਚੁੱਕ ਦਿੰਦਾ ਵੀ ਜਾ, ਫਿਰ ਉੱਪਰ ਤਰ ਜਾਂਦਾ ਬੰਦਾ। ਤਾਂ ਹੀ ਜਦੋਂ ਆਪਾਂ ਲਾਸ਼ਾਂ ਲੱਭਣ ਜਾਂਦੇ ਹਾਂ, ਲੱਭ ਜਾਂਦੀਆਂ, ਉੱਤੇ ਤਰਦੀਆਂ ਲੱਭਦੀਆਂ। ਪਾਣੀ ਦਾ ਸੁਭਾਅ ਹੈ, ਜਦ ਤੱਕ ਸਾਡੇ ਵਿੱਚ ਹਵਾ ਹੈ ਉਹਨੇ ਸਾਨੂੰ ਤਾਂ ਚੁੱਕਣਾ ਹੀ ਚੁੱਕਣਾ। ਉਹਨਾਂ ਨੇ ਕੀ ਹੋਇਆ ਕਿ ਜਦੋਂ ਕਹਿੰਦੇ ਤੇ ਬੜਾ ਆਨੰਦ ਬਣ ਗਿਆ, ਤੇ ਜਦੋਂ ਆਣ ਕੇ ਗਾਗਰ ਰੱਖੀ, ਗਾਗਰ ਰੱਖ ਕੇ ਤੇ ਗੁਰੂ ਅੰਗਦ ਦੇਵ ਜੀ ਨੇ ਬੁਲਾਇਆ,
ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁਰਖਾ ਹੁਣ ਤੈਨੂੰ ਚੁਕਾਉਣ ਦੀ ਲੋੜ ਤੇ ਨਹੀਂ। ਸ਼ਾਇਦ ਤੁਸੀਂ ਸਮਝ ਗਏ ਹੋਣੇ, ਸਮਝਣ ਵਾਲੇ ਜਿਨ੍ਹਾਂ ਦੀ ਬਰੀਕ ਬੁੱਧੀ ਉਹਨਾਂ ਸਮਝ ਲੱਗ ਗਈ। ਕਹਿੰਦੇ ਪੁਰਖਾ ਚੁਕਾਉਣ ਦੀ ਲੋੜ ਤੇ ਨਹੀਂ। ਉਹ ਹੈਰਾਨ ਹੋ ਗਏ ਵੀ ਇਹਨਾਂ ਨੂੰ ਕਿੱਦਾਂ ਪਤਾ। ਕਹਿੰਦੇ ਤੈਨੂੰ ਰੋਜ਼ ਚੁਕਾਉਣ ਆਉਣਾ ਪੈਂਦਾ ਸੀ, ਤੈਨੂੰ ਜੁਗਤੀ ਦੱਸਦੀ, ਤੂੰ ਸੋਚ ਰਿਹਾ ਇਹ ਪਤਾ ਨਹੀਂ ਲੱਗਦਾ। ਇਹਨਾਂ ਨੂੰ ਸਾਰਾ ਹੀ ਪਤਾ, ਸਾਡੇ ਅੰਦਰ ਦਾ ਸਾਰਾ ਹੀ ਪਤਾ, ਆਪਾਂ ਕੀ ਕੀ ਕਰਦੇ ਹਾਂ ਤੇ ਕੀ ਕੀ ਵਿਖਾ ਰਹੇ ਹਾਂ ਵੀ ਆਪਾਂ ਅੰਦਰ ਸਾਡੇ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਮਹਾਰਾਜ ਮਿਹਰ ਹੀ ਕਰਨ, ਸਾਡੇ ਕੋਲ ਸੇਵਾ ਲੈਣ ਰਹਿੰਦੇ ਸਵਾਸਾਂ ਤੱਕ। ਇਹ ਕੋਈ ਨਿੱਕੀ ਜੀ ਗੱਲ ਨਹੀਂ। ਤੁਸੀਂ ਜਿੰਨੇ ਆਂਦੇ ਹੋ ਨਾ, ਇਹ ਗੁਰੂ ਦੀ ਰਹਿਮਤ ਸਦਕਾ ਹੀ ਆਪਾਂ ਸਾਰੇ ਆਨੇ ਹਾਂ। ਕੋਈ ਪ੍ਰੋਬਲਮ ਪੈ ਜੇ ਕਿੱਦਾਂ ਬੰਦਾ ਸੰਗਤ 'ਚ ਆ ਜਾਏਗਾ। ਮਹਾਰਾਜ ਲਿਖਿਆ ਨਾ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਗੁਰੂ ਦੀ ਸੰਗਤ 'ਚ ਜੁੜਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਤਿੰਨ ਕੀ ਧੂੜ ਬਾਂਸੈ ਨਿਤ ਨਾਨਕ, ਪ੍ਰਭ ਮੇਰਾ ਕਿਰਪਾ ਕਰੇ। ਮੇਰਾ ਚਿੱਤ ਕਰਦਾ ਉਹਨਾਂ ਦੇ ਚਰਨਾਂ ਦੀ ਮੈਨੂੰ ਧੂੜ ਮਿਲ ਜਾਏ, ਜਿਹੜੇ ਰੋਜ਼ ਸੰਗਤ ਕਰਦੇ ਨੇ। ਆਓ ਸ਼ਬਦ ਪੜ੍ਹੀਏ ਸਾਰੇ ਰਲ ਕੇ। ਬੋਲਣ ਦੀ ਕਿਰਪਾਲਤਾ ਕਰਨੀ। ਸਕਰੀਨ ਤੁਹਾਡੇ ਸਾਹਮਣੇ ਲੱਗੀ ਹੈ। ਵਾਹਿਗੁਰੂ। ਇੱਕ ਮਿੰਟ, ਇੱਕੋ ਸਕਰੀਨ ਲੱਗੀ। ਫੈਨਰ ਸਾਹਿਬ ਇੱਕ ਮਿੰਟ ਜੀ। ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਥਾਣੇਦਾਰ ਸਾਹਿਬ ਨੇ ਕਿਹਾ ਵਾ ਕਿ ਸਿਕਿਉਰਿਟੀ ਦੀ ਲੋੜ ਪਹਿਲਾਂ ਬਹੁਤ ਰਹੀ ਹੈ ਤੇ ਹੁਣ ਵੀ ਲੋੜ ਹੈ। ਮੋਟਰਸਾਈਕਲ ਚੋਰੀ ਹੋ ਜਾਂਦੇ ਆ, ਜੋੜ ਬਾਹਰ ਬੱਚੇ ਜਿਹੜੇ ਦੌੜੇ ਫਿਰਦੇ ਸ਼ਰਾਰਤਾਂ ਕਰਦੇ ਨੇ, ਅਤੇ ਕੀਰਤਨ ਦਰਬਾਰ ਦੇ ਵਿੱਚ ਹੀ ਜੋ ਸੰਗਤਾਂ ਆਉਂਦੀਆਂ, ਬੱਸਾਂ ਪਹਿਲਾਂ ਹੀ ਭਰੀਆਂ ਹੁੰਦੀਆਂ ਨੇ ਅਤੇ ਕੀਰਤਨ ਦਰਬਾਰ ਚੱਲ ਰਿਹਾ ਹੁੰਦਾ। ਇਸ ਵਾਸਤੇ ਸਾਰੀ ਸੰਗਤ ਦੇ ਵਿੱਚ ਸੰਗਤ ਦੇ ਹੁਕਮ ਨਾਲ ਭਾਈ ਗੁਰਮੀਤ ਸਿੰਘ ਜੀ ਥਾਣੇਦਾਰ, ਉਹਨਾਂ ਨੂੰ ਇਸ ਸਿਕਿਉਰਿਟੀ ਦਾ ਇੰਚਾਰਜ ਸੰਗਤ ਵੱਲੋਂ ਬਣਾਇਆ ਜਾਂਦਾ। ਛੋਟੇ ਕਲੇਰਾਂ ਵਾਲੇ ਭਾਈ ਗੁਰਮੀਤ ਸਿੰਘ ਜੀ ਥਾਣੇਦਾਰ ਸਾਹਿਬ, ਉਹਨਾਂ ਨਾਲ ਟੀਮ ਹੋਏਗੀ ਸਾਰੇ ਪੁਲਿਸ ਵਾਲੇ ਨੇ। ਭਾਈ ਕੇਵਲ ਸਿੰਘ ਜੀ ਦੂਲਾ ਨੰਗਲ ਹੌਲਦਾਰ ਸਾਹਿਬ, ਭਾਈ ਗੁਰਜੀਤ ਸਿੰਘ ਜੀ ਵੱਡੇ ਘੁੰਮਣ, ਭਾਈ ਜਗਮੋਹਨ ਸਿੰਘ ਜੀ ਧਾਰੀਵਾਲ ASI, ਅਤੇ ਭਾਈ ਕੁਲਦੀਪ ਸਿੰਘ ਜੀ ਫਰਜ਼ੁੱਲਾ ਚੱਕ ਇੰਸਪੈਕਟਰ ਸਾਹਿਬ, ਉਹ ਕਦੀ ਕਦੀ ਆਉਂਦੇ ਨੇ, ਉਹ ਵੀ ਸਾਥ ਦੇਣਗੇ। ਅਤੇ ਇਹ ਆਪਣੀ ਟੀਮ ਹੋਰ ਤਿਆਰ ਕਰ ਲੈਣ। ਇਹ 5 ਬੰਦੇ ਤਾਂ ਇਹ ਹੋ ਗਏ, ਬਾਕੀ ਹੋਰ ਆਪਣੀ ਟੀਮ ਤਿਆਰ ਕਰ ਲਓ। ਜੇ ਡਾਂਗਾਂ ਦੀ ਲੋੜ ਹੈ ਆਪਾਂ ਵੱਡੇ ਘੁੰਮਣ ਵਾਲੀ ਬੱਸ 'ਚੋਂ ਲੈ ਲਿਓ, ਉੱਥੇ ਆਪਾਂ ਰੱਖ ਦੇਵਾਂਗੇ। ਸਾਨੂੰ ਦੱਸ ਦਿਓ ਤੁਹਾਡੇ ਕੋਲ ਉਹ ਹੈ ਵਾ ਕਿ ਨਹੀਂ, ਅਤੇ ਉਹ ਆਪਾਂ ਘੁੰਮਣਾ 'ਚ ਰੱਖ ਦੇਵਾਂਗੇ, ਉਹ ਸਾਨੂੰ ਦੱਸ ਦਿਓ। ਇਹ ਤੁਹਾਡੀ ਕਿਰਪਾ ਕਰੀ ਡਿਊਟੀ ਲਗਾਈ ਜਾਂਦੀ ਹੈ ਕਿ ਹਰ ਕੀਰਤਨ 'ਤੇ ਤੁਸੀਂ ਪਿੱਛੇ ਸਿਕਿਉਰਿਟੀ 'ਤੇ ਜੇ ਪਹਿਲਾਂ ਕਰਦੇ ਰਹੇ ਹੋ, ਬੜੀ ਸ਼ਰਾਰਤਾਂ ਲੋਕ ਕਰਦੇ ਰਹੇ ਆ, ਅਤੇ ਕਿਰਪਾ ਕਰਕੇ ਇਸ 'ਤੇ ਅਮਲ ਕਰੀਏ ਆਪਾਂ। ਜੋ ਭਾਈ ਸਾਹਿਬ ਨੇ ਕਿਹਾ ਹੈ, ਇਹ ਸੰਗਤ ਦੀ ਆਵਾਜ਼ ਹੁੰਦੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ, ਮਹਾਰਾਜ ਨੇ ਮਿਹਰ ਕਰਤੀ ਨਾ। ਵੇਖੋ ਡਿਊਟੀ ਵੀ ਲੱਗ ਗਈ ਪੁਲਿਸ ਵਾਲਿਆਂ ਦੀ। ਐਕਸ਼ਨ ਡਨ। ਵਾਹਿਗੁਰੂ। ਇਹ ਉਸੇ ਵੇਲੇ ਮਹਾਰਾਜ, ਇਹ ਕਿਰਪਾ ਗੁਰੂ ਸਾਹਿਬ ਕਰਦੇ ਆ। ਮੈਂ ਕੱਲ ਅਨਾਉਂਸਮੈਂਟ ਕਰਨ ਲੱਗਾ ਸੀ ਉੱਥੇ, ਵੇਖੋ ਇਹ ਇੱਥੇ ਕਰਾਉਣੀ ਸੀ। ਅੱਜ ਮੈਂ ਵਾਹਿਗੁਰੂ ਜੀ ਕਾ ਫਤਿਹ ਬੁਲਾਉਣ ਲੱਗਾ ਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨਾਲ ਕੀਰਤਨ ਸ਼ੁਰੂ ਕਰਤਾ। ਮੈਂ ਕਿਹਾ ਠੀਕ ਹੈ, ਮਹਾਰਾਜ ਦਾ ਹੁਕਮ ਹੁੰਦਾ। ਜਿੱਥੇ ਜਿੱਥੇ ਮਹਾਰਾਜ ਸੇਵਾ ਲੈਣੀ ਉੱਥੇ ਹੀ ਉਹਨਾਂ ਨੇ। ਭਾਈ ਜਤਿੰਦਰ ਸਿੰਘ ਉਹਨਾਂ ਨੇ ਕੱਲ੍ਹ ਇਹ ਹੁਕਮ ਕੀਤਾ ਸੀ ਦਾਸ ਨੂੰ ਕਿ ਸਿਕਿਉਰਿਟੀ ਜ਼ਰੂਰੀ ਅਤੇ ਬਿਲਕੁਲ ਜ਼ਰੂਰੀ ਹੈ। ਤੁਸੀਂ ਬਾਹਰ ਵੀ ਜਾ ਕੇ ਦੇਖ ਲਓ ਨਾ, ਮੈਂ ਦੇਖਿਆ ਹਰ ਗੁਰਦੁਆਰੇ ਸਿਕਿਉਰਿਟੀ ਲੱਗੀ ਆ ਬਾਹਰ। ਅਤੇ ਯੂਨੀਫਾਰਮ ਬਹੁਤ ਜ਼ਰੂਰੀ ਹੈ। ਦਾਸ ਨੂੰ ਹੁਕਮ ਲਾ ਦਿਓ, ਚੋਲੇ ਦੀ ਲੋੜ ਹੈ, ਬਰਸਿਆਂ ਦੀ ਲੋੜ ਹੈ। ਮਹਾਰਾਜ ਸੇਵਾ ਲੈਣ ਗੁਰੂ ਸਾਹਿਬ ਨੂੰ ਦੱਸ ਦੇਣਾ ਵੀ ਕਿੰਨੇ ਬਰਸੇ ਚਾਹੀਦੇ। ਉਹਨੇ ਆਪਾਂ ਡਾਂਗਾਂ ਨਹੀਂ ਲਿਆਉਣੇ, ਬਰਸੇ ਲਿਆਉਣੇ ਜਿੱਥੇ ਲੋਹਾ ਲੱਗਾ ਹੁੰਦਾ ਉੱਪਰ, ਉਹ ਨਿਹੰਗਾਂ ਵਾਲੇ ਬਰਸੇ ਵਾਹਿਗੁਰੂ ਕਹਿੰਦੇ ਹੈਗੇ ਪਹਿਲਾਂ ਨਾ ਹੋਣਗੇ, ਆਪਾਂ ਲੈ ਕੇ ਆਵਾਂਗੇ। ਬੇਨਤੀ ਇਹ ਹੈ ਕਿ ਜਿਹੜੇ ਬੱਸਾਂ ਵਿੱਚ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਜਿਹੜੇ ਬੱਸਾਂ ਵਾਲੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਸ ਨੂੰ ਬੰਦ ਕਰਕੇ ਆਉਣਾ, ਖੁੱਲੀ ਛੱਡ ਕੇ ਨਹੀਂ ਆਉਣਾ ਵੀ ਬੱਸ 'ਚ ਬੰਦੇ ਬੈਠੇ ਰਹਿਣ। ਸਾਰੇ ਜਾਣੇ ਸੰਗਤ 'ਚ ਇੱਥੇ ਆਉਣ, ਅੱਧੇ ਬੰਦੇ ਬੱਸ 'ਚ ਬੈਠੇ ਰਹਿੰਦੇ ਆ। ਉੱਥੇ ਕਾਹਦੀਆਂ ਵਿਚਾਰਾਂ ਕਰਨੀਆਂ? ਕੋਈ ਵਿਚਾਰ ਨਹੀਂ। ਇਹੀ ਵਿਚਾਰ ਹੈ ਗੁਰਬਾਣੀ ਦੀ ਵਿਚਾਰ। ਸੰਗਤ ਵਿੱਚ ਆਣ ਕੇ ਵਿਚਾਰ ਕਰੋ। ਜੇ ਕਿਸੇ ਨੇ ਕੋਈ ਸੁਝਾਅ ਦੇਣਾ, ਉਹ ਡਾਕਟਰ ਸਾਹਿਬ ਨੂੰ ਲਿਖ ਕੇ ਦਿਓ, ਡਾਕਟਰ ਸਪਾਲ ਸਿੰਘ ਨੂੰ ਲਿਖ ਕੇ ਦੇ ਦਿਓ ਵੀ ਸਾਨੂੰ ਆਹ ਪ੍ਰੋਬਲਮ ਹੈ, ਇਹਦਾ ਹੱਲ ਕਰੋ। ਆਪਾਂ ਸਾਰੇ ਜਾਣੇ ਬੈਠ ਕੇ ਆਪਾਂ ਉਹਦਾ ਹੱਲ ਕਰ ਸਕਦੇ ਹਾਂ। ਅੱਜ ਕੱਲ੍ਹ ਜੇ ਟਾਈਮ ਨਹੀਂ ਨਾ ਕਿਸੇ ਕੋਲ ਹੈ, ਤੇ ਬੜੇ ਵਧੀਆ ਇਲੈਕਟ੍ਰੋਨਿਕ ਮੀਡੀਆ ਨਾਲ ਆਪਾਂ ਉਹਦਾ ਫਾਇਦਾ ਲੈ ਸਕਦੇ ਹਾਂ। ਮੋਬਾਈਲ ਦੇ ਉੱਤੇ ਕਾਨਫਰੰਸ ਲਾ ਕੇ ਕਿੰਨੇ ਬੰਦੇ ਆਪਾਂ ਮੀਟਿੰਗ ਕਰ ਸਕਦੇ ਹਾਂ। ਪਿਛਲੇ ਦਿਨੀ ਮੀਟਿੰਗ ਕੀਤੀ ਆਪਾਂ, ਆ ਜਿੰਨੇ ਕੀਰਤਨੀਏ ਸਾਰੇ ਇਕੱਠੇ ਹੋ ਕੇ ਮੀਟਿੰਗ ਕੀਤੀ। ਇਸ ਕਰਕੇ ਆਪਾਂ ਕਰ ਸਕਦੇ ਹਾਂ। ਇੱਕ ਜਗ੍ਹਾ ਤੇ ਬੈਠਣ ਦੀ ਲੋੜ ਨਹੀਂ ਵੀ ਆਪਾਂ ਉੱਥੇ ਪਹੁੰਚੀਏ, ਕਿਉਂਕਿ ਦਿਨੇ ਕਿਸੇ ਕੋਲ ਟਾਈਮ ਨਹੀਂ ਹੁੰਦਾ। ਇਸ ਕਰਕੇ ਜਿਸ ਬੰਦੇ ਨੂੰ ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਚੰਗਾ, ਤੇ ਅਸੀਂ ਉਹਦੇ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਕਰਨੇ ਆ ਕਿ ਉਹ ਤੁਸੀਂ ਘਰੋਂ ਲਿਖ ਕੇ ਲਿਆਓ, ਤੇ ਉਹ ਸਤਿਕਾਰਯੋਗ ਡਾਕਟਰ ਸਾਹਿਬ ਨੂੰ, ਡਾਕਟਰ ਸਪਾਲ ਸਿੰਘ ਜੀ ਨੂੰ ਦੇ ਦਿਓ।
ਉਹ ਪੜ੍ਹ ਕੇ ਫਿਰ ਸਾਨੂੰ ਦੱਸਣਗੇ, ਫਿਰ ਆਪਾਂ ਉਹਦੀ ਵਿਚਾਰ ਕਰਾਂਗੇ, ਜਿਹਦੇ ਨਾਲ ਸਾਰਾ ਜਿਹੜਾ ਪ੍ਰਬੰਧ ਹੈ ਉਹ ਸੁਚੱਜਾ ਚੱਲ ਸਕੇ। ਅਸੀਂ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੀਏ। ਜਿਹੜੇ ਬੰਦੇ ਜਿਹੜੇ ਗੈਰ ਅਨਸਰ ਆਉਂਦੇ ਨੇ ਜਾਂ ਦੂਜੇ ਬੰਦੇ ਜਿਹੜੇ ਆਉਂਦੇ ਆਣ ਕੇ ਪ੍ਰੋਬਲਮ ਕਰਨ ਵਾਲੇ, ਉਹਨਾਂ ਨੂੰ ਥੋੜ੍ਹਾ ਪਤਾ। ਹੁਣ ਦੇਖੋ ਅਸੀਂ ਮਹਿਕਮੇ 'ਚ ਰਹੇ ਹਾਂ, 28 ਸਾਲ ਡਿਊਟੀ ਕੀਤੀ, ਅਸੀਂ ਦੇਖਿਆ ਨਹੀਂ ਨਾਕੇ ਦੇ ਉੱਤੇ ਗੱਡੀ ਰੋਕੀ ਦੀ ਆ, ਐਵੇਂ ਮਰ ਜਾ ਦੇਖੀਦਾ ਤੇ ਜਾਓ ਜੀ। ਹੁਣ ਕੀ ਸਾਨੂੰ ਬੰਦਿਆਂ ਦੀ ਪਹਿਚਾਣ ਛੋੜੀਏ ਕਿਹੜਾ ਬੰਦਾ ਮਾੜਾ? ਇੰਨੀ ਗੱਲ ਦੇ ਨਾਲ ਹੀ ਦੂਜਾ ਬੰਦਾ ਗੰਦਾ ਕਦੀ ਉੱਥੋਂ ਲੰਘਣ ਲੱਗਿਆ 20 ਵਾਰੀ ਸੋਚੇਗਾ ਵੀ ਪੁਲਿਸ ਅੱਗੇ ਖਲੋਤੀ ਹੈ। ਦੇਖ ਕਹਿਣਾ ਕਿਸੇ ਨੂੰ ਕੁਝ ਨਹੀਂ। ਏਅਰਪੋਰਟ ਤੇ ਜਾਂਦੇ ਹੋ ਨਾ, ਉੱਥੇ BSF ਲੱਗੀ ਆ, CISF ਲੱਗੀ ਆ, ਉਹ ਸਿਰਫ ਸਾਡੀ ਗੱਡੀ ਖੋਲ ਕੇ ਇਦਾਂ ਵੇਖਦੇ ਕੌਣ ਕੌਣ ਬੈਠਾ, ਹਾਂਜੀ ਬਸ, ਕਿਸੇ ਦਾ ਕੋਈ ਤਲਾਸ਼ੀ ਨਹੀਂ। ਐਂਡੇ ਦੇ ਨਾਲ ਜਿਹੜਾ ਗਲਤ ਅਨਸਰ ਬੰਦਾ ਉੱਥੋਂ ਨਹੀਂ ਲੰਘੇਗਾ, ਉਹਨੂੰ ਪਤਾ ਪੁਲਿਸ ਦੇਖ ਰਹੀ ਹੈ, ਨਿਗਰਾਨੀ ਕਰਦਾ। ਅਸੀਂ ਕਿਸੇ ਨੂੰ ਮਾਰਨਾ ਥੋੜਾ, ਜਾਂ ਵੀ ਸਿੱਧਾ ਕਿਸੇ ਨੂੰ ਬਰਸਾ ਥੋੜੀ ਮਾਰ ਦੇਣਾ, ਇਹ ਵੀ ਨਾ ਕਿਤੇ ਹੋ ਜਾਏ। ਅਸੀਂ ਸਿਰਫ ਇਹ ਡਰਾਵਾ ਹੀ ਦੇਣਾ ਵੀ ਕੋਈ ਡਰਦਾ ਰਹੇ, ਵੀ ਇਹ ਨਹੀਂ ਵੀ ਜੇ ਫਿਰ ਦੂਜਾ ਕੰਮ ਵੀ ਕਰ ਸਕਦੇ ਹਾਂ, ਐਸੀ ਕੋਈ ਗੱਲ ਨਹੀਂ। ਜੇ ਬੰਦਾ ਕੋਈ ਪ੍ਰੋਬਲਮ ਕਰੇਗਾ ਤਾਂ ਮਹਾਰਾਜ ਕਿਰਪਾ ਕਰੇ, ਆਓ ਆਪਾਂ ਸਾਰੇ ਰਲ ਕੇ ਕੀਰਤਨ ਕਰੀਏ। ਮੇਰਾ ਸਮਾਂ ਤਾਂ ਕਿ ਲੰਘ ਗਿਆ ਗੱਲਾਂ 'ਚ। ਹੁਣ ਮੈਨੂੰ ਭਾਈ ਹਰਦੇਵ ਸਿੰਘ ਜੀ, ਮੈਂ ਲਾ ਲਾਂ ਟਾਈਮ ਥੋੜ੍ਹਾ ਜਿਹਾ? ਕਿੰਨਾ ਟਾਈਮ ਲਾਵਾਂ ਦੱਸੋ? ਪੜ੍ਹ ਲਓ ਸਬਜ਼ੀ ਜੀ, ਤੁਹਾਡੀ ਖੁਸ਼ੀ ਹੁੰਦੀ ਪੜ੍ਹ ਲਓ। ਅੱਛਾ ਠੀਕ ਹੈ, ਮੈਂ ਕਿਹਾ ਗੁੱਸੇ ਨਾ ਹੋਇਆ ਮੁੜ ਕੇ। ਨਹੀਂ ਡਗਮਗ ਛੱਡ ਦੇ ਮਨ ਭੋਰਾ, 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 ਡਗਮਗ ਛੱਡ ਦੇ ਮਨ ਭੋਰਾ। ਅਬ ਤੋਂ ਜਰੇ ਮਰੇ ਸਿੱਧ ਪਾਇਆ, 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 ਲੀਨੋ ਹਾਥ ਸੰਦੋਰਾ, ਲੀਨੋ ਹਾਥ ਸੰਦੋਰਾ, ਲੀਨੋ ਹਾਥ ਸੰਦੋਰਾ, ਲੀਨੋ ਹਾਥ ਸੰਦੋਰਾ, ਡਗਮਗ ਛੱਡ ਦੇ ਮਨ ਭੋਰਾ, ਡਗਮਗ ਛੱਡ ਦੇ ਮਨ ਭੋਰਾ, ਭੋਰਾ, ਡਗਮਗ ਛੱਡ ਦੇ ਮਨ ਭੋਰਾ, ਡਗਮਗ ਛੱਡ ਦੇ ਮਨ ਭੋਰਾ, ਡਗਮਗ ਛੱਡ ਦੇ ਮਨ ਭੋਰਾ, ਭੋਰਾ, ਡਗਮਗ ਛੱਡ ਦੇ ਮਨ ਭੋਰਾ, ਡਗਮਗ ਛੱਡ ਦੇ ਮਨ ਭੋਰਾ। ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚ, ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚੋ, ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚ, ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚੋ, ਯਾ ਮਾਇਆ ਕੇ ਡਾਂਡੇ, ਯਾ ਮਾਇਆ ਕੇ ਡਾਂਡੇ, ਯਾ ਮਾਇਆ ਕੇ ਡਾਂਡੇ, ਯਾ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਨ ਤੇ ਡਰ ਪੈ, 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 ਸਤੀ ਕੇ ਸਾਚੇ ਭਾਂਡੇ, ਸਤੀ ਕੇ ਸਾਚੇ ਪਾਂਡੇ, ਸਤੀ ਕੇ ਸਾਚੇ ਭਾਂਡੇ, ਸਤੀ ਕੇ ਸਾਚੇ ਪਾਂਡੇ, ਡਗਮਗ ਛੱਡ
बोरा जगमग जाग रहे मन बोरा बोरा जगमग साध रहे मन बोरा जगमग साध रे मन बोरा जगमग साध रे मन बोरा बोरा जगमग साध रे मन बोरा काम क्रोध माया के लीने 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 अबिद जगत बेगूता विद जगत बेगूता अबिद जगत बेगूता विद जगत बेगूता कहा कबीर राजा राम न छोड़ो कह कबीर राजा राम न छोड़ो कहा कबीर राजा राम न छोड़ो कह कबीर राजा राम न छोड़ो कहा कबीर राजा राम न छोड़ो कह कबीर राजा राम न छोड़ो सगल ऊंच ते ऊंचा सगल ऊंच ते ऊंचा सगल ऊंच ते ऊंचा सगल ऊंच ते ऊंचा कहा कबीर राजा राम न छोड़ो कह कबीर राजा राम न छोड़ो नहीं छोड़ू रे बाबा राम ना 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 मेरो और पढ़न से नहीं काम नहीं छोड़ू रे बाबा राम ना नहीं छोड़ू रे बाबा राम ना नहीं छोड़ू रे बाबा राम ना नहीं छोड़ू रे बाबा राम नहीं छोड़ू रे बाबा राम ना नहीं छोड़ू रे बाबा राम ना जिसके बड़ भागा लाल रंग तिस को लगा जिसके बड़ भागा लाल रंग तिस को लगा मैला कदे न होवई मैला कदे न होवई मैला कदे न होवई मैला कदे न होवई मैं लागे दागा मैला कदे न होवई न लागे दागा मैला कदे न होवई प्रभ पाया सुखदाया प्रभ पाया सुखदाया प्रभ पाया सुखदाया प्रभ पाया सुखदाया प्रभ पाया
पाया सुखदाया, प्रभ पाया सुखदाया। ओ प्रभ पाया सुखदाया, प्रभ पाया सुखदाया। मिलया सुख पाए, प्रभ पाया सुखदाया। मिलया सुख पाए, प्रभ पाया सुखदाया। सहज समाना भीतर, सहज समाना भीतर, सहज समाना भीतर, सहज समाना भीतर। छोड़िया न जाए, सहज समाना भीतर। न जाए, सहज समाना भीतर। जरा मरण व्यापई, जरा मरण व्यापई, जरा मरण व्यापई, जरा मरण व्यापई। फिर दुख न पाया, जरा मरण व्यापई। फिर दुख न पाया, जरा मरण व्यापई। पी अमृत आगान्या, पी अमृत आगान्या, पी अमृत आगान्या, पी अमृत आगान्या। पी अमृत आगान्या, पी अमृत आगान्या। ओ पी अमृत आगान्या, पी अमृत आगान्या। गुर अमर कराया, गुर अमर कराया, गुर अमर कराया। पी अमृत आगान्या, गुर अमर कराया, पी अमृत आगान्या। सो जाने जिन चाखिया हर नाम अमोला। सो जाने जिन चाखिया हर नाम अमोला। ओ सो जाने जिन चाखिया हर नाम अमोला। सो जाने जिन चाखिया हर नाम अमोला। कीमत कही न जाइया, कह कह मुख बोला। कीमत कही न जाइया, कह कह मुख बोला। कीमत कही न जाइए, कह कह मुख बोला। कीमत कही न जाइए, क्या कह मुख बोला। सफल दर्श तेरा पार ब्रह्म। गुण नित तेरी बाणी, हम धूड़ तेरे दास की। नानक कुर्बानी, सफल दर्श तेरा पार ब्रह्म। गुण नित तेरी बाणी, पामू धूड़ तेरे दास के। नानक कुर्बानी। पौल खंडेदार पीवो पौल खंडेदार। होए जन्म सोहेला, होए जन्म सोहेला, जन्म सोहेला, होए जन्म सोहेला। डगमग शाद रे मन भोला।
ਜਗਮਗ ਸਾਧ ਰੇ ਮਨ ਭੋਰਾ 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 ਭੋਰਾ ਜਗਮਗ ਸਾਧ ਰੇ ਮਨ ਭੋਰਾ ਜਗਮਗ ਸਾਧ ਜਗਮਗ ਸਾਧ ਜਗਮਗ ਸਾਧ ਰੇ ਮਨ ਭੋਰਾ